ਹਰਜਿੰਦਰ ਸੂਰੇਵਾਲੀਆ ਦਾ ਕਹਾਣੀ ਸੰਗ੍ਰਹਿ ਅਰਥ ਬਦਲਦੇ ਰਿਸ਼ਤੇ ਦੀ ਕਹਾਣੀ ਹੈ। ਉਹ ਕੌਣ ਸੀ? ਦਿਨ ਢਲ ਰਿਹਾ ਸੀ। ਸਾਡੀ ਟਾਟਾ ਸੂਮੋ ਗੱਡੀ ਗੁਲਮਰਗ ਤੋਂ ਸ੍ਰੀਨਗਰ ਵੱਲ ਭੱਜੀ ਜਾ ਰਹੀ ਸੀ। ਤਾਜ਼ੀ ਹਵਾ ਦੇ ਠੰਡੇ ਬੁੱਲੇ ਆ ਰਹੇ ਸਨ ਤੇ ਅਸੀਂ ਨੀਂਦ ਦੀਆਂ ਝਪਕੀਆਂ ਲੈਣ ਲੱਗੇ। ਕਸ਼ਮੀਰ ਦੀ ਸੈਰ ਦਾ ਅੱਜ ਸਾਡਾ ਚੌਥਾ ਦਿਨ ਸੀ। ਪਹਿਲੇ ਦਿਨ ਸ਼ਾਮ ਨੂੰ ਸ੍ਰੀਨਗਰ ਪਹੁੰਚ ਕੇ ਅਸੀਂ 2 ਦਿਨ ਸ੍ਰੀਨਗਰ ਦੇ ਬਾਗ ਤੇ ਹੋਰ ਆਲਾ ਦੁਆਲਾ ਘੁੰਮ ਲਿਆ ਸੀ ਤੇ ਅੱਜ ਅਸੀਂ ਗੁਲਮਰਗ ਤੋਂ ਵਾਪਸ ਆਪਣੀ ਠਹਿਰ ਵੱਲ ਮੁੜ ਪਏ ਸਾਂ। ਸ੍ਰੀਨਗਰ ਦੇ ਲਾਲ ਚੌਂਕ ਦੇ ਨੇੜੇ ਹੀ ਸਾਨੂੰ ਦਰਿਆ ਜੇਹਲਮ ਦੇ ਇੱਕ ਹਾਊਸ ਬੋਟ ਵਿੱਚ 2 ਕਮਰੇ ਸਸਤੇ ਹੀ ਮਿਲ ਗਏ ਸਨ। ਅੱਜ ਸਵੇਰੇ ਚੱਲਣ ਤੋਂ ਪਹਿਲਾਂ ਅਸੀਂ ਹਾਊਸ ਬੋਟ ਦੇ ਮਾਲਕ ਨੂੰ ਦੱਸ ਆਏ ਸਾਂ ਕਿ ਜੇ ਸਾਨੂੰ ਗੁਲਮਰਗ 'ਚ ਕੋਈ ਚੰਗਾ ਸਸਤਾ ਹੋਟਲ ਮਿਲ ਗਿਆ ਤਾਂ ਅਸੀਂ ਉੱਥੇ ਹੀ ਰਹਾਂਗੇ, ਪਰ ਜੇ ਨਾ ਮਿਲਿਆ ਤਾਂ ਵਾਪਸ ਆ ਜਾਵਾਂਗੇ। ਗੁਲਮਰਗ ਅਸੀਂ ਸਾਰਾ ਹੀ ਘੁੰਮ ਲਿਆ ਸੀ ਤੇ ਹੁਣ ਇੱਥੇ ਠਹਿਰਨ ਦੀ ਵੀ ਕੋਈ ਤੁੱਕ ਨਹੀਂ ਸੀ। ਇੱਥੇ ਹੋਟਲ ਵੀ ਮਹਿੰਗੇ ਸਨ ਤੇ ਇੱਕ ਬੰਦ ਪਏ ਹੋਟਲ ਦੀ ਅੱਧ ਸੜੀ ਇਮਾਰਤ ਵੇਖ ਕੇ ਮਨਾਂ 'ਚ ਭੈ ਤੇ ਸਹਿਮ 'ਚ ਵਾਧਾ ਹੀ ਹੋਇਆ ਸੀ। ਸਭ ਤੋਂ ਵੱਡੀ ਸਮੱਸਿਆ ਇੱਥੇ ਸਮੇਂ-ਸਮੇਂ ਚੜ੍ਹਦਾ ਉਤਰਦਾ ਮਿਲਟਰੀ ਦਾ ਹੈਲੀਕਾਪਟਰ ਸੀ, ਜਿਹਦੀ ਖਟ-ਖਟ ਪਟ-ਪਟ ਦੀ ਡਰਾਵਣੀ ਆਵਾਜ਼ ਸਹਿਮੇ ਹੋਏ ਮਨਾਂ 'ਚ ਹੋਰ ਡਰ ਪੈਦਾ ਕਰਦੀ ਸੀ। ਜਦੋਂ ਦੇ ਕਸ਼ਮੀਰ ਘਾਟੀ 'ਚ ਦਾਖਲ ਹੋਏ ਹਾਂ, ਉਦੋਂ ਤੋਂ ਚੱਪੇ-ਚੱਪੇ ਤੇ ਸੁਰੱਖਿਆ ਕਰਮੀਆਂ ਨੂੰ ਤੈਨਾਤ ਵੇਖ ਰਹੇ ਸਨ। ਇਹਨਾਂ ਦੀ ਮੌਜੂਦਗੀ ਸੁਰੱਖਿਆ ਦਾ ਅਹਿਸਾਸ ਵੀ ਕਰਾਉਂਦੀ ਸੀ ਤੇ ਅਸੁਰੱਖਿਆ ਦਾ ਵੀ। ਕੁਝ ਦਿਨਾਂ ਤੋਂ ਕਸ਼ਮੀਰ ਘਾਟੀ 'ਚ ਦਹਿਸ਼ਤਗਰਦਾਂ ਦੀਆਂ ਕਾਰਵਾਈਆਂ ਕਾਫੀ ਵਧੀਆਂ ਹੋਈਆਂ ਸਨ। ਕਸ਼ਮੀਰ ਵੇਖਣ ਦੀ ਖਿੱਚ ਸਾਨੂੰ ਇੱਧਰ ਖਿੱਚ ਤਾਂ ਲਿਆਈ ਸੀ, ਪਰ ਅਸੀਂ ਸਹਿਮ ਦੇ ਸਾਏ ਹੇਠ ਹੀ ਕਸ਼ਮੀਰ ਦੀ ਸੈਰ ਕਰ ਰਹੇ ਸਾਂ ਤੇ ਅੱਜ ਅਸੀਂ ਗੁਲਮਰਗ ਠਹਿਰਨ ਦੀ ਬਜਾਏ ਸ੍ਰੀਨਗਰ ਵਾਪਸ ਮੁੜਨਾ ਹੀ ਠੀਕ ਸਮਝਿਆ ਸੀ। ਪੂਰੀ ਸਪੀਡ ਤੇ ਜਾ ਰਹੀ ਗੱਡੀ ਨੂੰ ਅਚਾਨਕ ਡਰਾਈਵਰ ਨੇ ਜ਼ੋਰ ਦੀ ਬ੍ਰੇਕ ਮਾਰ ਦਿੱਤੀ। ਇੱਕ ਨੌਜਵਾਨ ਖੂਬਸੂਰਤ ਲੰਮੀ ਕਸ਼ਮੀਰਨ ਨੇ ਹੱਥ ਦੇ ਕੇ ਗੱਡੀ ਰੁਕਵਾ ਲਈ ਸੀ। ਉਹ ਸ੍ਰੀਨਗਰ ਜਾਣ ਲਈ ਲਿਫਟ ਮੰਗ ਰਹੀ ਸੀ। ਇਸ ਤੋਂ ਪਹਿਲਾਂ ਕਿ ਅਸੀਂ ਕੁਝ ਸਮਝਦੇ ਜਾਂ ਪ੍ਰਤੀਕਰਮ ਕਰਦੇ, ਅਗਲੀ ਸੀਟ ਤੇ ਬਾਰੀ ਕੋਲ ਬੈਠੇ ਸੋਢੀ ਨੇ ਤੁਰੰਤ ਹੀ ਉਹਨੂੰ ਪਿੱਛੇ ਬੈਠਣ ਦਾ ਇਸ਼ਾਰਾ ਕਰ ਦਿੱਤਾ। ਗੱਡੀ ਦੇ ਪਿਛਲੇ ਹਿੱਸੇ 'ਚ ਕੁਝ ਸਮਾਨ ਸੀ ਤੇ ਇੱਕ ਸੀਟ ਤੇ ਸ਼ਾਇਰ ਬੈਠਾ ਉਂਗਲਾ ਰਿਹਾ ਸੀ। ਸੋਢੀ ਸਾਡੇ ਟੂਰ ਦਾ ਕੈਸ਼ੀਅਰ ਸੀ ਤੇ ਗੱਡੀ ਦੇ ਡਰਾਈਵਰ ਦਾ ਦੋਸਤ ਹੋਣ ਦੇ ਨਾਤੇ ਹਮੇਸ਼ਾ ਹੀ ਮੂਹਰੇ ਬੈਠਦਾ ਤੇ ਇੱਕ ਤਰ੍ਹਾਂ ਨਾਲ ਕੰਡਕਟਰ ਦਾ ਰੋਲ ਵੀ ਅਦਾ ਕਰਦਾ ਸੀ। ਸਾਰਿਆਂ ਦੇ ਸਿਰ ਪਿੱਛੇ ਵੱਲ ਘੁੰਮ ਗਏ। ਕਸ਼ਮੀਰਨ ਸ਼ਾਇਰ ਦੇ ਸਾਹਮਣੇ ਵਾਲੀ ਸੀਟ ਤੇ ਬੈਠ ਗਈ। ਬੈਠਦੇ ਹੀ ਉਹਨੇ ਸਾਰਿਆਂ ਨੂੰ ਮੁਸਕਰਾ ਕੇ ਸਤਿ ਸ੍ਰੀ ਅਕਾਲ ਕਹਿ ਦਿੱਤੀ। ਸਾਰੇ ਜਿਵੇਂ ਭੁਚੱਕੇ ਜਿਹੇ ਰਹਿ ਗਏ। ਇੱਕ ਨੌਜਵਾਨ ਖੂਬਸੂਰਤ ਅਜਨਬੀ ਲੜਕੀ ਖੂਬਸੂਰਤ ਵਾਦੀ ਵਿੱਚ 7 ਨੌਜਵਾਨ ਆਦਮੀਆਂ ਦੇ ਵਿਚਕਾਰ ਆ ਬੈਠੀ ਸੀ। ਅੱਗੇ ਹਮੇਸ਼ਾ ਮੈਂ ਹੀ ਪਿੱਛੇ ਬੈਠਦਾ ਸੀ ਤਾਂ ਅਜਿਹਾ ਸਬੱਬ ਨਾ ਬਣਿਆ ਤੇ ਅੱਜ ਸ਼ਾਇਰ ਪਿੱਛੇ ਬੈਠਾ ਤਾਂ ਉਹਨੂੰ ਹੁਸੀਨ ਸਾਥ ਮਿਲ ਗਿਆ। ਉਹਦੀ ਕਿਸਮਤ ਹੀ ਤੇਜ਼ ਹੈ। ਬਰਾੜ ਜੋ ਮੂਹਰਲੀ ਸੀਟ ਤੇ ਡਰਾਈਵਰ ਦੇ ਨਾਲ ਬੈਠਾ ਸੀ, ਆਪਣੇ ਨਾਲ ਬੈਠੇ ਸੋਢੀ ਦੇ ਕੰਨ 'ਚ ਬੋਲਿਆ, ਮੈਂ ਮਾਨ ਤੇ ਵਕੀਲ ਗੱਡੀ ਦੀ ਵਿਚਕਾਰਲੀ ਸੀਟ ਤੇ बैठे सां। माफ़ करना, हम गुलमर्ग से वापस आ रहे थे। हमारी कार खराब हो गई। मेरे 2 भाई और कुछ गेस्ट हैं। मैंने घर पहुंचकर उनके लिए खाना वगैरह तैयार करना है, इसीलिए आपसे लिफ्ट मांग ली। नौजवान कश्मीरन ने गड्डी 'ਚ गौर ਨਾਲ ਵੇਖਦੇ ਹੋਏ स्पष्टीकरण ਜਿਹਾ ਦਿੱਤਾ। कोई बात नहीं, पर तुम्हें डर नहीं लगा? गाड़ी में हम सभी आदमी हैं। शायर ने ਉਹਨੂੰ सवाल ਕੀਤਾ ਤੇ ਇਹ सवाल ਸਾਡੇ ਸਾਰਿਆਂ ਦੇ ਮਨਾਂ 'ਚ ਸੀ। डर क्यों? डर तो मुझे था कि शायद आप गाड़ी ना रोकें। मैं जानती हूँ सिख अच्छे होते हैं। ਉਹਨੇ ਫਿਰ ਮੁਸਕਰਾ ਕੇ ਉੱਤਰ ਦਿੱਤਾ। ਉਹ ਪੜ੍ਹੀ ਲਿਖੀ ਦੇ ਸਮਝਦਾਰ ਜਾਪਦੀ ਸੀ। ਫਿਰ ਉਹ ਆਪ ਹੀ ਆਪਣੇ ਬਾਰੇ ਦੱਸਣ ਲੱਗ ਪਈ। ਉਹਨੇ ਦੱਸਿਆ ਕਿ ਉਹਦਾ ਨਾਂ ਯਾਸਮੀਨ ਹੈ। ਘਰ ਦੇ ਉਹਨੂੰ ਸਿਮਰਨ ਜਾਂ ਸਿੰਮੀ ਵੀ ਕਹਿ ਦਿੰਦੇ ਹਨ। ਉਹ 3 ਭਰਾਵਾਂ ਦੀ ਇਕਲੌਤੀ ਭੈਣ ਹੈ। ਉਹਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ। 27-28 ਸਾਲ ਦੇ ਕਰੀਬ ਹੋਣ ਤੇ ਵੀ ਉਹਨੇ ਵਿਆਹ ਨਹੀਂ ਕਰਵਾਇਆ ਤੇ ਨਾ ਹੀ ਵਿਆਹ ਬਾਰੇ ਅਜੇ ਸੋਚਿਆ ਹੈ। ਉਹਨੇ ਦੱਸਿਆ ਕਿ ਜੰਮੂ ਤੋਂ ਇੱਕ ਪੰਡਤਾਂ ਦਾ ਪਰਿਵਾਰ ਉਹਨਾਂ ਦਾ ਅੱਜ ਕੱਲ੍ਹ ਮਹਿਮਾਨ ਹੈ ਤੇ ਉਹ ਵੀ ਜਦੋਂ जम्मू जाते हैं तो उन्होंने कोल ही ठहरते हैं। ये तो बहुत अच्छी बात है। हम सब सिख हैं, मगर कोई भी कट्टर सिख नहीं। इंसानियत ही हमारा धर्म है। शायर ने उन्होंने कहा तो फिर साड़ी जान पहचान कराउण लग पिया। ये वकील साहब हैं, बहुत ही अच्छे वकील हैं, किताबें पढ़ने की रुचि रखते हैं। ये मान साहब बैंक में कैशियर हैं और कविता लिखते हैं। ये सोडी साहब है, अखबारों की एजेंसी है इनकी। ये बराड़ साहब हैं, अपने गांव के सरपंच हैं। तो फिर मेरे वाले इशारा करके बोले, और ये हैं वांदर साहब, साढ़े पंजाबी के बहुत ही अच्छे कहानीकार हैं, मगर लेक्चरर इंग्लिश के हैं, और मैं एक फक्कर शायर हूँ।
ਫਕਰਾਂ ਦਾ ਕੋਈ ਨਾਮ ਨਹੀਂ ਹੁੰਦਾ। ਵੈਸੇ ਆਪ ਮੁਝੇ ਅਮਰ ਕਹਿ ਸਕਤੀ ਹੈ। ਸ਼ਾਇਰ ਨੇ ਸਾਰਿਆਂ ਦੀ ਰਸਮੀ ਤੇ ਅਧਪਚਦੀ ਜੀ ਜਾਣ ਪਹਿਚਾਣ ਕਰਵਾ ਦਿੱਤੀ। आप सभी या तो लेखक हो या पत्रकार। आपसे मिलकर बहुत खुशी हुई। मुझे भी कुछ सुनाओ ना। ਹੱਸਦੇ ਹੋਏ ਉਹਨੇ ਬੜੀ ਆਪਣੱਤ ਨਾਲ ਕਿਹਾ। ਪਲਾਂ 'ਚ ਹੀ ਉਹ ਸਾਡੇ ਨਾਲ ਘੁਲ ਮਿਲ ਗਈ ਸੀ। ਉਹਦੇ ਇੰਨਾ ਕਹਿਣ ਦੀ ਦੇਰ ਸੀ ਕਿ ਸ਼ਾਇਰ ਸ਼ੁਰੂ ਹੋ ਗਿਆ। ਉਹ ਤਾਂ ਮੌਕਾ ਹੀ ਭਾਲਦਾ ਸੀ ਕਿ ਇਹ ਤੋਂ ਵਧੀਆ ਮੌਕਾ ਹੋਰ ਕਿਹੜਾ ਹੋ ਸਕਦਾ ਸੀ। ਦੁਪਹਿਰ ਦੀ ਰੋਟੀ ਤੋਂ ਪਹਿਲਾਂ ਉਹਨੇ 2 ਪੈਗ ਮਾਰੇ ਹੋਏ ਸੀ ਤੇ ਇੱਕ ਹਸੀਨਾ ਉਹਦੇ ਸਾਹਮਣੇ ਬੈਠੀ ਕੁਝ ਸੁਣਾਉਣ ਦੀ ਫਰਮਾਇਸ਼ ਕਰ ਰਹੀ ਸੀ। ਉਹ ਤਰੰਨਮ 'ਚ ਆਪਣੀ ਗਜ਼ਲ ਦੇ ਸ਼ੇਰ ਸੁਣਾਉਣ ਲੱਗਿਆ। ਪੜ੍ਹ ਕੇ ਵਰਕਾ ਤੇਰੇ ਦਿਲ ਦੀ ਕਿਤਾਬ 'ਚੋਂ ਹੋ ਗਿਆ ਹਾਂ ਸੁਰਖਰੂ ਗਮ ਦੇ ਤਲਾਬ 'ਚੋਂ। ਤੂੰ ਸਦਾ ਉਲਝੀ ਰਹੀ ਅੱਖਰਾਂ ਦੇ ਜੋੜ ਵਿੱਚ, ਮੈਂ ਹਮੇਸ਼ਾ ਹੀ ਫੇਲ ਹੋਇਆ ਹਾਂ ਹਿਸਾਬ 'ਚੋਂ। ਤੂੰ ਹੀ ਦੱਸ ਕੋਈ ਉਪਾਅ ਮਨਫੀ ਕਰਾਂ ਕਿਵੇਂ, ਰੰਗਲੇ ਦਿਨਾਂ ਨੂੰ ਆਪਣੀ ਕਿਸਮਤ ਖਰਾਬ 'ਚੋਂ। ਸ਼ੇਰ ਖਤਮ ਹੋਣ ਤੇ ਅਸੀਂ ਸਾਰਿਆਂ ਨੇ ਵਾਹ ਵਾਹ ਕਹਿ ਕੇ ਸ਼ਾਇਰ ਨੂੰ ਦਾਦ ਦਿੱਤੀ ਤਾਂ ਯਾਸਮੀਨ ਹੈਰਾਨੀ ਨਾਲ ਸ਼ਾਇਰ ਦੇ ਮੂੰਹ ਵੱਲ ਤੱਕਣ ਲੱਗੀ। आपका प्रदेश कितना सुंदर है, मगर आए दिन हो रही हिंसा ने इसका अक्स खराब कर दिया है। पिछे वल मुंह करके वकील ने यासमीन ਨੂੰ ਕਿਹਾ। वो तो ठीक है, मगर ਯਾਸਮੀਨ ਨੂੰ ਸ਼ਾਇਦ ਅਜੇ ਇਸ ਸਵਾਲ ਦੀ ਉਮੀਦ ਨਹੀਂ ਸੀ ਤੇ ਉਹਦੇ ਚਿਹਰੇ ਦਾ ਰੰਗ ਅਚਾਨਕ ਹੀ ਬਦਲ ਗਿਆ। ਉਹਨੇ ਆਪਣਾ ਵਾਕ ਵੀ ਅਧੂਰਾ ਹੀ ਛੱਡ ਦਿੱਤਾ। ਇਹ ਤੋਂ ਪਹਿਲਾਂ ਕਿ ਕੋਈ ਕੁਝ ਹੋਰ ਬੋਲਦਾ ਉਹ ਆਪ ਹੀ ਬੋਲ ਪਈ। हिंदुस्तान की सरकार ने हमारी आज़ादी छीन ली है। ये हमारी बदकिस्मती थी कि बंटवारे के वक्त हमारा शासक एक हिंदू था और उसने हिंदुस्तान में शामिल होने में अपनी भलाई समझी थी। अवाम की तो राय नहीं ली थी। बाद में भी हमारे साथ अच्छा व्यवहार नहीं किया। जो डेवलपमेंट हिंदुस्तान में हुई, क्या आपको कश्मीर में भी उतनी नज़र आती है? तो क्या आपने हक लेने के लिए अवाम को विरोध प्रदर्शन करने का हक भी नहीं है? हक है, हक तो है। हर इंसान को हक है कि वो अपने हक की खातर लड़े, मगर लड़ने का ये तरीका गलत है। वकील ने ਉਹਦੀ ਗੱਲ ਕੱਟਦਿਆਂ ਕਹਿਣਾ ਸ਼ੁਰੂ ਕੀਤਾ ਤਾਂ ਉਹਨੇ भी ਉਹਨੂੰ टोक के सवाल करता, तो सही कौन सा है? सही है लोकराज। हमारे देश में लोकराज है। लोग जिसे चाहें सत्ता सौंप सकते हैं। बेगुनाहों का कत्ल करना ठीक नहीं। हमने भी पंजाब में 10 साल यही संताप भोगा है। ਵਕੀਲ ਨੂੰ ਬਹਿਸ ਕਰਨ ਦਾ ਸਵਾਦ ਆਉਣ ਲੱਗਿਆ ਤਾਂ ਸ਼ਾਇਰ ਨੇ ਵਿੱਚ ਆਪਣਾ ਘੋੜਾ ਭਜਾ ਲਿਆ। ਧਰਮ ਤੇ ਦੇਸ਼ਾਂ ਕੌਮਾਂ ਦੇ ਨਾਂ ਤੇ ਇਹ ਕਤਲੋ-ਗਾਰਤ ਬੰਦ ਹੋਣੀ ਚਾਹੀਦੀ ਹੈ। ਸਾਰੇ ਧਰਮਾਂ ਦੇ ਲੋਕਾਂ ਨੂੰ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ ਹੈ। ਲਓ ਤੁਸੀਂ ਇੱਕ ਸ਼ੇਰ ਸੁਣੋ। ਇੱਕ ਪੇੜ ਮੁਹੱਬਤ ਕਾ ਐਸਾ ਵੀ ਲਗਾਇਆ ਜਾਏ, ਹਮਸਾਏ ਕੇ ਆਂਗਨ ਮੇਂ ਜਿਸਕਾ ਸਾਇਆ ਜਾਏ। ਮੈਂ ਤੇ ਮਾਨ ਨੇ ਵਾਹਵਾ ਕੀਤੀ। ਅਸੀਂ ਨਹੀਂ ਚਾਹੁੰਦੇ ਸੀ ਕਿ ਐਵੇਂ ਕਿਸੇ ਤਰ੍ਹਾਂ ਦੀ ਫालतू ਬਹਿਸਬਾਜ਼ੀ 'ਚ ਪਿਆ ਜਾਏ। घी जब सीधी उंगली से ना निकले तो उंगली टेढ़ी करनी पड़ती है। चलो छोड़ो ये विषय, कोई और बात करते हैं। यास्मीन ने क्या तो कुछ सोच के शायर वाल वेख के बोली, क्या आप पामिस्ट्री में यकीन रखते हैं? मैं पामिस्ट्री में यकीन नहीं रखता, पर मुझे पामिस्ट्री आती है। क्या बात है? पामिस्ट्री में यकीन नहीं मगर पामिस्ट्री आती है। यास्मीन ने शायर दी गल कट के कहा, मैं ज्योतिष जानदा पर मनदा नहीं। ਲਿਆਓ ਤੁਹਾਡਾ ਹੱਥ ਦੇਖੋ। ਸ਼ਾਇਰ ਨੇ ਉਹਨੂੰ ਰਲਵੀਂ ਮਿਲਵੀਂ ਹਿੰਦੀ ਪੰਜਾਬੀ 'ਚ ਕਿਹਾ ਤਾਂ ਤੁਰੰਤ ਬਿਨਾਂ ਝਿਜਕ ਯਾਸਮੀਨ ਨੇ ਆਪਣਾ ਖੱਬਾ ਹੱਥ ਉਸ ਵੱਲ ਵਧਾ ਦਿੱਤਾ। ਬਾਇਆ ਨਹੀਂ ਦਾਇਆ, ਜੋਤਸ਼ੀਆਂ ਵਾਂਗ ਐਕਟਿੰਗ ਕਰਦੇ ਹੋਏ ਸ਼ਾਇਰ ਨੇ ਕਿਹਾ। ਫਿਰ ਉਹਨੇ ਯਾਸਮੀਨ ਦਾ ਸੱਜਾ ਹੱਥ ਆਪਣੇ ਦੋਹਾਂ ਹੱਥਾਂ 'ਚ ਫੜ ਲਿਆ। ये 3 लाइनें हैं, हैंड, हार्ट और लाइफ की। आपकी लाइफ लाइन बहुत लंबी और साफ है। इसका मतलब है आप बीमारी रहित लंबी जिंदगी बसर करेंगी। ये हाथ के बीच में लाइन ऑफ फेट है, यानी किस्मत की रेखा। आपकी किस्मत भी बहुत अच्छी है। और आपकी शादी की लाइन तो कहीं भी नहीं दिख रही। लगता है कुंवारी रहेंगी। ਇਹ ਕਹਿ ਕੇ ਮੁਸਕਰਾਉਂਦਾ ਸ਼ਾਇਰ ਪੜੇ ਜੋਤਸ਼ੀ ਤੇ ਗੂੜੇ ਆਸ਼ਿਕ ਵਾਂਗ ਉਹਦਾ ਹੱਥ ਸਹਿਲਾਉਣ ਲੱਗਾ। वाह, जम्मू वाले पंडित जी ने भी मुझे ऐसा ही बताया था। यास्मीन खुश होके बोली, पर उन्हें अपना हाथ शायर के हत्थों विचों ना छुड़ाया। देखो यास्मीन, ज्योतिष विज्ञान नहीं है, इसीलिए मैं इसे नहीं मानता। लकीरें तो बंदरों के हाथों में भी होती हैं, मगर कोई ज्योतिषी बंदरों का हाथ नहीं देखता, क्योंकि उनके पास देने के लिए रुपए नहीं होते। शायर ने किया तो ਅਸੀਂ ਸਾਰੇ ਹੱਸ ਪਏ ਤੇ ਯਾਸਮੀਨ ਨੇ ਉਹਦੇ ਹੱਥਾਂ 'ਚੋਂ ਆਪਣਾ ਹੱਥ ਹੌਲੀ ਜਿਹੀ ਖਿੱਚ ਲਿਆ।
कल आपका कहाँ जाने का विचार है? यास्मीन उर्फ सिमरन उर्फ सिमी ने फिर टॉपिक बदल लिया। कल हम पहलगाम जा ਰਹੇ ਹਾਂ, ਚਲੋ आपको भी ले चलें। ਸ਼ਾਇਰ ਨੇ ਉਹਨੂੰ ਦੱਸਿਆ ਵੀ ਤੇ ਪੁੱਛਿਆ ਵੀ। ਉਹ ਹੁਣ ਵਧੀਆ ਹਿੰਦੀ ਬੋਲ ਰਿਹਾ ਸੀ ਤੇ यास्मीन ਨਾਲ पूरा खुल गया ਸੀ। मुझे जाने में कोई इतराज़ नहीं, मैंने बताया ना हमारे गेस्ट आए हुए हैं, फिर भी मैं कोशिश करूँगी। ਉਹਨੇ ਕਿਹਾ ਤਾਂ ਅਸੀਂ ਉਹਦੇ ਹਾਂ ਵਰਗੇ ਲਾਰੇ ਤੇ ਹੈਰਾਨ ਹੀ ਰਹਿ ਗਏ। सिमरन, मैं तो आपको सिमरन ही कहूँगा, ये पंजाबी नाम भी है। आपका प्रदेश बहुत ही सुंदर है, लोग भी सुंदर हैं, खास तौर पे कश्मीरी औरतां। शायर ने लोर ਜਿਹੀ ਚ ਕਿਹਾ। यास्मीन उर्फ सिमरन उर्फ सिमी मुस्कुराती रही। श्रीनगर नज़दीक आ रहा सी। सिमरन, आपने कहाँ उतरना है? क्या हम आपको घर छोड़ दें? शायर ने ਉਹਨੂੰ ਪੁੱਛਿਆ। नहीं, मैं आपके साथ ही जाऊंगी, यहाँ आप ठहरे हुए हैं। ਉਹਨੇ ਕਿਹਾ ਤੇ ਸ਼ੀਸ਼ਿਆਂ ਵਿੱਚੋਂ ਬਾਹਰ ਦਾ ਜਾਇਜ਼ਾ ਲੈਣ ਲੱਗੀ। ਗੱਡੀ ਸ਼ਹਿਰ 'ਚ ਦਾਖਲ ਹੋ ਚੁੱਕੀ ਸੀ। ਕੁਝ ਮਿੰਟਾਂ ਬਾਅਦ ਸਾਡਾ ਟਿਕਾਣਾ ਆ ਗਿਆ। ਡਰਾਈਵਰ ਨੇ ਗੱਡੀ ਰਸਤੇ ਤੋਂ ਇੱਕ ਪਾਸੇ ਕਰਕੇ ਰੋਕ ਲਈ। ਹੇਠਾਂ ਢਲਾਣ ਤੇ ਕੁਝ ਥਾਂ ਪੱਧਰੀ ਕਰਕੇ ਹਾਊਸ ਬੋਟ ਦੇ ਮਾਲਕ ਯੂਨਸ ਅਮੀਰ ਨੇ ਫੁਲਵਾੜੀ ਬਣਾਈ ਹੋਈ ਸੀ, ਜਿਸ 'ਚ ਕੁਝ ਫੁੱਲਦਾਰ ਤੇ ਫਲਦਾਰ ਬੂਟੇ ਲੱਗੇ ਸਨ। ਥੋੜ੍ਹਾ ਜਿਹਾ ਹੋਰ ਹੇਠਾਂ ਵਹਿ ਰਹੇ ਜੇਹਲਮ ਦਰਿਆ ਦੇ ਬਿਲਕੁਲ ਕਿਨਾਰੇ ਦੇ ਨਾਲ ਉਹਦਾ ਵੱਡਾ ਸਾਰਾ ਹਾਊਸ ਬੋਟ ਖੜਾ ਸੀ। ਹਾਊਸ ਬੋਟ 'ਚ ਦਾਖਲ ਹੋਣ ਲਈ ਇੱਕ ਲੱਕੜ ਦਾ ਤਖਤਾ ਜਿਹਾ ਰੱਖ ਕੇ ਪੁਲ ਬਣਾਇਆ ਹੋਇਆ ਸੀ। ਗੱਡੀ 'ਚੋਂ ਉਤਰ ਕੇ यास्मीन ਨੇ ਆਲੇ ਦੁਆਲੇ ਨੂੰ ਗੌਰ ਨਾਲ ਵਾਚਿਆ, ਸਾਰਿਆਂ ਵੱਲ ਫਿਰ ਮੁਸਕਰਾ ਕੇ ਵੇਖਿਆ ਤੇ ਜਾਣ ਲਈ ਹੱਥ ਜੋੜੇ। ਸਿਮਰਨ, ਇੱਕ ਮਿੰਟ ਰੁਕ, ਤੇਰਾ ਇੱਕ ਯਾਦਗਾਰੀ ਫੋਟੋ ਹੋ ਜਾਏ। ਸ਼ਾਇਰ ਨੇ ਉਹਨੂੰ ਕਿਹਾ ਤੇ ਸੋਢੀ ਨੂੰ ਬੈਗ 'ਚੋਂ ਕੈਮਰਾ ਕੱਢਣ ਦਾ ਇਸ਼ਾਰਾ ਕੀਤਾ। ਮੁਸਕਰਾਉਂਦੀ यास्मीन ਇੱਕ ਪਾਸੇ ਹੋ ਕੇ ਖੜੋ ਗਈ। ਸ਼ਾਇਰ ਨੇ ਵੱਖ-ਵੱਖ ਕੋਨਿਆਂ ਤੋਂ ਉਹਦੇ 2-3 ਸਨੈਪ ਲੈ ਲਏ। ਉਹਨੇ ਫਿਰ ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਕਹੀ ਤੇ ਸ਼ਾਇਰ ਨਾਲ ਪੂਰੀ ਗਰਮਜੋਸ਼ੀ ਨਾਲ ਹੱਥ ਮਿਲਾ ਕੇ ਚਲੀ ਗਈ। ਸੂਰਜ ਛਿਪ ਰਿਹਾ ਸੀ। ਦਰਿਆ ਦੇ ਕਿਨਾਰੇ ਉੱਪਰਲੀ ਸੜਕ ਤੇ ਆਵਾਜਾਈ ਕਾਫੀ ਵੱਧ ਗਈ ਸੀ। ਹਾਊਸ ਬੋਟ 'ਚ ਸਮਾਨ ਟਿਕਾ ਕੇ ਤੇ ਹੱਥ ਮੂੰਹ ਧੋ ਕੇ ਅਸੀਂ ਸਾਰੇ ਇਕੱਠੇ ਹੋ ਕੇ ਬੈਠ ਗਏ। ਮਾਨ ਨੇ ਦਰਿਆ ਵਾਲੇ ਪਾਸੇ ਦੀ ਬਾਰੀ ਖੋਲ੍ਹੀ ਤਾਂ ਤਾਜ਼ੀ ਹਵਾ ਦੇ ਠੰਡੇ ਬੁੱਲਿਆਂ ਨੇ ਵਾਤਾਵਰਨ ਹੋਰ ਵੀ ਸੁਹਾਵਣਾ ਬਣਾ ਦਿੱਤਾ। ਦਰਿਆ ਦੇ ਦੂਜੇ ਪਾਸੇ ਦਿਸ ਰਹੇ ਹਾਊਸ ਬੋਟ ਤੇ ਤੈਰਦੀਆਂ ਕਿਸ਼ਤੀਆਂ ਬੜਾ ਸੋਹਣਾ ਨਜ਼ਾਰਾ ਪੇਸ਼ ਕਰ ਰਹੀਆਂ ਸਨ। ਅੱਜ ਦਾ ਸਫ਼ਰ ਤਾਂ ਬੜਾ ਵਧੀਆ ਰਿਹਾ। ਬੋਤਲ ਲਿਆ, ਸੋਢੀ ਪੈਗ ਲਾਈਏ। ਸ਼ਾਇਰ ਨੇ ਬੈਠਦਿਆਂ ਹੀ ਸੋਢੀ ਨੂੰ ਹੁਕਮ ਚਾੜਿਆ। ਵਧੀਆ ਰਿਹਾ ਕਿ ਮਾੜਾ ਰਿਹਾ, ਇਹ ਤਾਂ ਹੁਣ ਬਾਅਦ 'ਚ ਪਤਾ ਲੱਗੂ। ਟੇਕਿਓ ਮੜਕਦੇ ਹੋ, ਮਾਰਦੇ ਆਏ ਹੋ ਉਸ ਪਤੰਦਰਨੀ ਨਾਲ ਗੱਲਾਂ। ਪਤਾ ਉਹ ਕੌਣ ਸੀ? ਮੈਨੂੰ ਤਾਂ ਉਸੇ ਵਕਤ ਸ਼ੱਕ ਪੈ ਗਿਆ ਸੀ ਵੀ ਮਾਮਲਾ ਗੜਬੜ ਹੈ। ਤਾਂ ਹੀ ਤਾਂ ਮੈਂ ਜਾਣਬੁੱਝ ਕੇ ਖਾੜਕੂ ਕਾਰਵਾਈਆਂ ਦੀ ਗੱਲ ਤੋਰੀ ਸੀ। ਵਕੀਲ ਨੇ ਕਿਹਾ ਤਾਂ ਸਰੀਰਾਂ 'ਚ ਇੱਕ ਕੰਬਣੀ ਜਿਹੀ ਦੌੜ ਗਈ। ਇਹ ਤਾਂ ਕਿਸੇ ਨੇ ਸੋਚਿਆ ਹੀ ਨਹੀਂ ਸੀ ਕਿ ਉਹ ਕੌਣ ਹੋ ਸਕਦੀ ਹੈ। ਇਸ ਤਰ੍ਹਾਂ ਉਹਨੂੰ ਲਿਫਟ ਦੇਣਾ ਬਹੁਤ ਵੱਡੀ ਭੁੱਲ ਸੀ। ਉਹ ਕਸ਼ਮੀਰੀ ਅੱਤਵਾਦੀਆਂ ਦੇ ਕਿਸੇ ਗਰੋਹ ਦੀ ਮੈਂਬਰ ਹੋਣੀ ਆ ਤੇ ਸੁਰੱਖਿਆ ਬਲਾਂ ਤੋਂ ਬਚਣ ਲਈ ਉਹਨੇ ਆਪਣੇ ਤੋਂ ਲਿਫਟ ਲਈ ਸੀ, ਕਿਉਂਕਿ ਉਹ ਜਾਣਦੇ ਸੀ ਕਿ ਸੈਲਾਨੀਆਂ ਨੂੰ ਇੱਥੋਂ ਦੀ ਪੁਲਿਸ ਨਹੀਂ ਰੋਕਦੀ। 4 ਦਿਨਾਂ 'ਚ ਕਿਸੇ ਪੁਲਿਸ ਵਾਲੇ ਨੇ ਜਾਂ ਸੁਰੱਖਿਆ ਬਲਾਂ ਨੇ ਆਪਣੀ ਗੱਡੀ ਰੋਕੀ? ਵਕੀਲ ਸਾਹਿਬ ਨੇ ਆਪਣਾ ਤਰਕ ਪੇਸ਼ ਕੀਤਾ। ਵਕੀਲ ਸਾਹਿਬ, ਤੁਸੀਂ ਵਕੀਲ ਲੋਕ ਹਰ ਇੱਕ ਨੂੰ ਸ਼ੱਕ ਦੀ ਨਜ਼ਰ ਨਾਲ ਹੀ ਵੇਖਦੇ ਹੋ। यास्मीन ਅਜਿਹੀ ਨਹੀਂ ਸੀ, ਉਹ ਤਾਂ ਆਮ ਕੁੜੀਆਂ ਵਰਗੀ ਕੁੜੀ ਸੀ। ਸ਼ਾਇਰ ਨੇ ਵਕੀਲ ਦੇ ਤਰਕ ਨੂੰ ਰੱਦ ਕਰਦੇ ਹੋਏ ਕਿਹਾ, ਲਓ ਵੇਖ ਲਓ, ਉਹਨੂੰ ਆਮ ਕੁੜੀਆਂ ਵਰਗੀ ਕੁੜੀ ਦੱਸਦਾ ਹੈ। ਆਮ ਕੁੜੀ ਤੇਰੇ ਹੱਥਾਂ 'ਚ ਹੱਥ ਦੇ ਦੂ। ਕਿਵੇਂ ਫੜੀ ਬੈਠਾ ਸੀ ਉਹਦਾ ਹੱਥ। ਬਰਾੜ ਨੇ ਹੱਸਣ ਵਾਲੀ ਗੱਲ ਕੀਤੀ ਪਰ ਕਿਸੇ ਤੋਂ ਹੱਸਿਆ ਨਾ ਗਿਆ। ਵਾਕਿਆ ਹੀ ਕਈ ਨੁਕਤੇ ਸਨ ਜੋ यास्मीन ਨੂੰ ਸ਼ੱਕੀ ਬਣਾਉਂਦੇ ਸਨ। ਇੱਕ ਨੌਜਵਾਨ ਸੁੰਦਰ ਔਰਤ ਨੇ ਅਜਨਬੀ ਬੰਦਿਆਂ ਤੋਂ ਲਿਫਟ ਕਿਉਂ ਲਈ ਤੇ ਫਿਰ ਬਿਨਾਂ ਝਿਜਕ ਉਹਨਾਂ ਨਾਲ ਗੱਲਾਂ ਕਰਦੀ ਰਹੀ। ਜਦੋਂ ਹਿੰਸਕ ਕਾਰਵਾਈਆਂ ਦੀ ਗੱਲ ਚੱਲੀ ਤਾਂ ਉਹਦਾ ਗੱਲ ਕਰਨ ਦਾ ਲਹਿਜਾ ਕਿਉਂ ਬਦਲ ਗਿਆ ਸੀ? ਉਹਨੇ ਆਪ ਹੀ ਵਿਸ਼ਾ ਕਿਉਂ ਬਦਲ ਦਿੱਤਾ ਸੀ? ਉਹਨੇ ਇਹ ਵੀ ਕਿਉਂ ਦੱਸਿਆ ਸੀ ਕਿ ਉਹਦੇ ਭਰਾ ਉਹਨੂੰ ਭਈਆ ਕਹਿ ਕੇ ਪੁਕਾਰਦੇ ਹਨ? ਉਹ ਤਾਂ ਕਹਿੰਦੀ ਸੀ ਸਾਡੇ ਜੰਮੂ ਤੋਂ ਪੰਡਤਾਂ ਦਾ ਇੱਕ ਪਰਿਵਾਰ ਆ ਕੇ ਠਹਿਰਿਆ ਹੋਇਆ। ਸ਼ਾਇਰ ਨੇ ਇੱਕ ਨੁਕਤਾ ਉਹਦੇ ਹੱਕ 'ਚ ਪੇਸ਼ ਕੀਤਾ। ਇਹ ਤਾਂ ਉਹਦੀ ਝੂਠੀ ਕਹਾਣੀ ਘੜੀ ਹੋਣੀ ਹੈ ਤੇ ਇਹ ਕਹਾਣੀ ਵੀ ਉਹਨੂੰ ਸ਼ੱਕੀ ਬਣਾਉਂਦੀ ਹੈ। ਵਕੀਲ ਦੀ ਦਲੀਲ ਨੇ ਸ਼ਾਇਰ ਦੇ ਨੁਕਤੇ ਨੂੰ ਰੱਦ ਕਰ ਦਿੱਤਾ। ਇੱਕ ਗੱਲ ਹੋਰ, ਉਹ ਸ਼ਹਿਰ 'ਚ ਕਿਤੇ ਹੋਰ ਥਾਂ ਕਿਉਂ ਨਹੀਂ ਉਤਰੀ? ਜਦੋਂ ਆਪਾਂ ਤਾਂ ਉਹਨੂੰ ਉਹਦੇ ਘਰ ਛੱਡਣ ਜਾਣ ਨੂੰ ਵੀ ਤਿਆਰ ਸੀ, ਕਿਤੇ ਉਹ ਆਪਣਾ ਟਿਕਾਣਾ ਵੇਖਣ ਤਾਂ ਨਹੀਂ ਸੀ ਆਈ? ਵਕੀਲ ਨੇ ਵਕੀਲਾਂ ਵਾਲੇ ਕਈ ਨੁਕਤੇ ਪੇਸ਼ ਕਰਕੇ ਸਾਰਿਆਂ ਨੂੰ ਹੋਰ ਡਰਾਤਾ। ਮਿੱਤਰੋ, ਨਿਕਲ ਜਾਓ ਇੱਥੋਂ ਜੇ ਨਿਕਲੀਦਾ, ਕਿਤੇ ਰਾਤ ਨੂੰ ਹੀ ਨਾ ਦੜੂਕੇ ਪੈਣ ਲੱਗ ਪੈਣ। ਬਰਾੜ ਚਿੰਤਾਤੁਰ ਸੁਰ 'ਚ ਬੋਲਿਆ। ਬਰਾੜ ਹੁਣ ਹੋਰ ਕੱਟੇ ਮਰਨ ਤੋਂ ਡਰਦਾ। ਟੂਰ ਦੇ ਕੈਸ਼ੀਅਰ ਸੋਢੀ ਨੇ ਕਿਹਾ। ਸੋਢੀ ਕੋਲ ਜਦੋਂ ਹੀ ਪੈਸੇ ਮੁੱਕਣ ਲੱਗਦੇ ਉਸੇ ਵਕਤ ਹੀ ਕਹਿ ਦਿੰਦਾ ਵੀ 500 ਹੋਰ ਕੱਢੋ ਤੇ ਹਰ ਵਾਰ 500 ਦੇਣ ਲੱਗਿਆ ਬਰਾੜੇ
ਜ਼ਰੂਰ ਕਹਿੰਦਾ ਕਿ ਮੇਰੀ ਮੱਝ ਦਾ ਇੱਕ ਕੱਟਾ ਹੋਰ ਮਰ ਗਿਆ ਤੇ ਸੋਢੀ ਹੁਣ ਤੱਕ ਉਹਦੇ ਕਈ ਕੱਟੇ ਮਾਰ ਚੁੱਕਾ ਸੀ। ਕੱਟੇ ਨਹੀਂ, ਹੁਣ ਤਾਂ ਆਪ ਮਰਨ ਤੋਂ ਡਰਦਾ ਭਰਾਵਾ, ਬਰਾੜ ਨੇ ਹੱਥ ਜੋੜੇ। ਆਪਾਂ ਨੂੰ ਮਾਰ ਕੇ ਉਹਨਾਂ ਨੂੰ ਕੀ ਮਿਲੂ? ਸ਼ਾਇਰ ਨੇ ਢਿੱਲੀ ਜਿਹੀ ਆਵਾਜ਼ 'ਚ ਵਕੀਲ ਵੱਲ ਦੇਖਦੇ ਕਿਹਾ। ਵਾਹ ਸ਼ਾਇਰ ਸਾਹਿਬ, ਮਿਲਣਾ ਕੀ ਹੁੰਦਾ? ਅੱਤਵਾਦੀਆਂ ਨੇ ਤਾਂ ਬਸ ਦਹਿਸ਼ਤ ਪਾਉਣੀ ਹੁੰਦੀ ਹੈ, ਉਹ ਪਾ ਦੇਣਗੇ। ਵੇਖਿਆ ਐਤਕੀ ਕਿੰਨੇ ਸੈਲਾਨੀ ਕਸ਼ਮੀਰ ਆ ਰਹੇ ਹੈ। ਆਪਾਂ ਵੀ ਹਾਲਾਤ ਕੁਝ ਠੀਕ ਵੇਖ ਕੇ ਹੀ ਇੱਧਰ ਆਉਣ ਦਾ ਪ੍ਰੋਗਰਾਮ ਬਣਾਇਆ ਸੀ, ਪਰ ਦਿਨਾਂ 'ਚ ਹੀ ਹਾਲਾਤ ਖਰਾਬ ਹੋ ਗਏ। ਗਰਦਾਂ ਦਾ ਮਕਸਦ ਤਾਂ ਸੈਲਾਨੀਆਂ ਨੂੰ ਰੋਕਣਾ ਹੈ, ਵਕੀਲ ਨੇ ਦਲੀਲ ਦਿੱਤੀ। ਜਿਸ ਦਿਨ ਆਪਾਂ ਚੱਲੇ ਸੀ ਉਹ ਤੋਂ ਇੱਕ ਦਿਨ ਪਹਿਲਾਂ ਹੀ ਪਹਿਲਗਾਮ ਦੇ ਇੱਕ ਹੋਟਲ 'ਚ ਜ਼ਬਰਦਸਤ ਬੰਬ ਧਮਾਕੇ 'ਚ ਅਨੇਕਾਂ ਹੀ ਸੈਲਾਨੀ ਮਾਰੇ ਗਏ ਸੀ। ਮੈਂ ਉਹਨਾਂ ਨੂੰ ਯਾਦ ਕਰਾਇਆ, ਯਾਰ ਤੂੰ ਗੱਡੀ ਰੋਕਣੀ ਨਹੀਂ ਸੀ, ਇਹੋ ਜਿਹੀ ਗਲਤੀ ਨਹੀਂ ਕਰੀਦੀ ਹੁੰਦੀ। ਜੇ ਭਲਾ ਗੱਡੀ ਰੁਕਵਾ ਕੇ ਅੱਤਵਾਦੀ ਉੱਥੇ ਹੀ ਆਪਾਂ ਨੂੰ ਗੋਲੀਆਂ ਨਾਲ ਭੁੰਨ ਦਿੰਦੇ ਫੇਰ? ਵਕੀਲ ਹੁਣ ਡਰਾਈਵਰ ਨੂੰ ਪੈ ਗਿਆ ਸੀ। ਗਲਤੀ ਹੋ ਗਈ ਜੀ, ਵੈਸੇ ਜਦੋਂ ਉਹ ਗੱਡੀ 'ਚ ਬੈਠ ਗਈ ਸੀ ਤਾਂ ਮੇਰਾ ਮੱਥਾ ਤਾਂ ਠਣਕਿਆ ਸੀ ਵੀ ਗੱਡੀ ਰੋਕ ਕੇ ਗਲਤੀ ਕਰ ਬੈਠਾ। ਉਹ ਕਹਿ ਰਹੀ ਸੀ ਕਿ ਸਾਡੀ ਕਾਰ ਖਰਾਬ ਹੋ ਗਈ ਹੈ, ਪਰ ਮੈਂ ਤਾਂ ਸੜਕ ਤੇ ਕੋਈ ਕਾਰ ਖੜੀ ਨਹੀਂ ਵੇਖੀ ਸੀ। ਤੁਸੀਂ ਤਾਂ ਸਮਾਨ ਚੁੱਕ ਕੇ ਅੰਦਰ ਆ ਗਏ ਸੀ, ਪਰ ਮੈਂ ਜਾਣਬੁੱਝ ਕੇ ਗੱਡੀ ਸਾਫ਼ ਕਰਨ ਦੇ ਬਹਾਨੇ ਉੱਥੇ ਰੁਕਿਆ ਰਿਹਾ। ਮੈਨੂੰ ਵੀ ਉਹ ਔਰਤ ਸ਼ੱਕੀ ਲੱਗੀ ਸੀ। ਮੈਂ ਉਹਦੀ ਨਿਗਾਹ ਰੱਖੀ। ਤੁਹਾਨੂੰ ਫਤਿਹ ਬੁਲਾ ਕੇ ਉਹ ਸਾਹਮਣੇ ਵਾਲੇ ਪੀਸੀਓ 'ਚ ਜਾ ਵੜੀ ਸੀ। ਮੈਂ ਗੱਡੀ ਸਾਫ਼ ਕਰਦਾ ਰਿਹਾ, ਪਰ ਨਿਗਾਹ ਮੇਰੀ ਪੀਸੀਓ ਵੱਲ ਹੀ ਸੀ। ਕੋਈ 20 ਮਿੰਟ ਲਾ ਕੇ ਉਹ ਉੱਥੋਂ ਨਿਕਲੀ ਤੇ ਫਿਰ ਆਲਾ ਦੁਆਲਾ ਵੇਖਦੀ ਗਾਂਹ ਤੁਰੀ ਸੀ। ਡਰਾਈਵਰ ਨੇ ਇਹ ਦੱਸ ਕੇ ਉਹਦੇ ਰਹੱਸ 'ਚ ਹੋਰ ਵਾਧਾ ਕਰਤਾ ਸੀ। ਸਾਰੇ ਸੋਚੀ ਡੁੱਬ ਗਏ। ਮੈਂ ਤਾਂ ਜਾ ਕੇ ਚੰਗੀ ਤਰ੍ਹਾਂ ਗੱਡੀ ਚੈੱਕ ਕਰਦਾ, ਕਿਤੇ ਬੰਬ ਬੁੰਬ ਵੀ ਨਾ ਰੱਖ ਗਈ ਹੋਵੇ। ਡਰਾਈਵਰ ਨੇ ਕਿਹਾ, ਤੇਜ਼ੀ ਨਾਲ ਬਾਹਰ ਨਿਕਲ ਗਿਆ। ਚਲੋ ਹੁਣ ਟਿਕਾਣਾ ਬਦਲ ਲਓ ਜੇ ਬਾਹਲਾ ਹੀ ਡਰ ਲੱਗਦਾ, ਮਾਨ ਨੇ ਕਿਹਾ, ਜੋ ਹੁਣ ਤੱਕ ਚੁੱਪ ਤੇ ਉਦਾਸ ਬੈਠਾ ਸੀ। ਇਸ ਵੇਲੇ ਤਾਂ ਹੁਣ ਕਿੱਧਰ ਜਾਵਾਂਗੇ, ਵੇਖੀ ਜਾਊ ਜੋ ਹੋਊ। ਸੋਢੀ ਯਾਰ ਤੂੰ ਬੋਤਲ ਫੜਾ ਕੇ ਰਾਂ, ਵਕੀਲ ਨੇ ਬੋਤਲ ਵੱਲ ਇਸ਼ਾਰਾ ਕਰਕੇ ਕਿਹਾ। ਦਿਲ ਨਾ ਛੱਡੋ, ਪੈਗ ਪੀਓ, ਪੈਗ, ਸ਼ੀਨ ਪਾ ਕੇ। ਸੋਢੀ ਨੇ ਬੋਤਲ ਦਾ ਢੱਕਣ ਖੋਲ੍ਹਦੇ ਹੋਏ ਕਿਹਾ। ਸ਼ਾਇਰ ਨੇ ਗਲਾਸ, ਖਾਰੇ ਸੋਡੇ ਤੇ ਪਾਣੀ ਦੀਆਂ ਬੋਤਲਾਂ ਨੇੜੇ ਲਿਆ ਰੱਖੀਆਂ। ਜਿਵੇਂ ਆਪਾਂ ਗੁਲਮਰਗ 'ਚ ਇੱਕ ਹੋਟਲ ਸੜਿਆ ਵੇਖਿਆ ਸੀ, ਇਵੇਂ ਕੱਲ ਨੂੰ ਇਹ ਹਾਊਸ ਬੋਟ ਨਾ ਸੜਿਆ ਪਿਆ ਹੋਵੇ। ਪੈਗ ਪੀ ਕੇ ਬਰਾੜ ਨੇ ਮੁੱਛਾਂ ਤੇ ਹੱਥ ਫੇਰਦੇ ਹੋਏ ਕਿਹਾ। ਜੇ ਐ ਹੋ ਗਿਆ ਤਾਂ ਬਰਾੜਾ, ਲਾਸ਼ ਵੀ ਪਿੰਡ ਨਹੀਂ ਜਾਣੀ, ਜੇਲਮ 'ਚ ਰਿੜ ਕੇ ਸਿੱਧੀ ਪਾਕਿਸਤਾਨ ਜਾਊ। ਮਾਨ ਨੇ ਕਿਹਾ ਤੇ ਹੱਸਣ ਦੀ ਕੋਸ਼ਿਸ਼ ਕੀਤੀ, ਪਰ ਹਾਸਾ ਕਿਸੇ ਨੂੰ ਵੀ ਨਹੀਂ ਸੀ ਆ ਰਿਹਾ। ਚਲੋ ਕੱਲ ਦਾ ਬਣਾਓ ਪ੍ਰੋਗਰਾਮ, ਵੇਖੋ ਕਿੱਥੇ ਜਾਣਾ ਹੈ, ਇੱਥੇ ਰੁਕਣਾ ਹੈ ਜਾਂ ਪਹਿਲਗਾਮ ਜਾਣਾ ਹੈ? ਗਰੁੱਪ ਲੀਡਰ ਵਕੀਲ ਨੇ ਪੁੱਛਿਆ। ਵਕੀਲ ਸਾਹਿਬ, ਇੱਥੇ ਰੁਕ ਕੇ ਕੀ ਕਰਨਾ? ਨਿਕਲ ਜਾਓ ਬਸ, ਬਹੁਤ ਵੇਖ ਲਿਆ ਕਸ਼ਮੀਰ। ਜਿੰਨੀ ਨਾਤੀ ਓਨਾ ਹੀ ਪੁੰਨ। ਕਿਸੇ ਹੋਰ ਦੇ ਬੋਲਣ ਤੋਂ ਪਹਿਲਾਂ ਹੀ ਬਰਾੜ ਬੋਲ ਪਿਆ। ਦੂਜਿਆਂ ਦੀ ਚੁੱਪ ਨੇ ਬਰਾੜ ਦੀ ਪ੍ਰੌੜਤਾ ਕਰਤੀ ਸੀ। ਚਲੋ ਫਿਰ ਹੁਣ ਲਾਲ ਚੌਂਕ ਦਾ ਗੇੜਾ ਲਾਈਏ, ਜੇ ਕੋਈ ਖਰੀਦੋ ਫਰੋਖਤ ਕਰਨੀ ਤਾਂ ਉਹ ਵੀ ਕਰ ਲਾਂਗੇ, ਮਾਨ ਨੇ ਖੜਾ ਹੋ ਕੇ ਕਿਹਾ। ਮਾਨ ਸਾਹਿਬ ਕਾਲੇ ਨਾ ਪਾਓ, ਪਰਮਾਤਮਾ ਰੱਖੇ ਸੁੱਖ, ਖਰੀਦੋ ਫਰੋਖਤ ਤਾਂ ਕੱਲ ਜਾਣ ਲੱਗੇ ਹੀ ਕਰਾਂਗੇ, ਹੁਣ ਤਾਂ ਘੁੰਮ ਫਿਰ ਆਉਂਦੇ ਹਾਂ। ਇਹ ਕਹਿ ਕੇ ਵਕੀਲ ਨੇ ਤਕੜਾ ਜਿਹਾ ਹਾੜਾ ਅੰਦਰ ਸੁੱਟ ਲਿਆ ਤੇ ਜਾਣ ਲਈ ਉੱਠ ਖਲੋਤਾ। ਦੂਜੇ ਤਾਂ ਪਹਿਲਾਂ ਹੀ ਤਿਆਰ ਖੜੇ ਸੀ। ਲਾਲ ਚੌਂਕ 'ਚ ਜਗਮਗ ਹੋਈ ਪਈ ਸੀ। ਦੁਕਾਨਾਂ 'ਚ ਰੌਸ਼ਨੀਆਂ ਅੱਖਾਂ ਚੁੰਧਿਆ ਰਹੀਆਂ ਸੀ। ਨੌਜਵਾਨ ਮਰਦ ਔਰਤਾਂ ਦਾ ਮੇਲਾ ਲੱਗਿਆ ਹੋਇਆ ਸੀ। ਲਾਲ ਚੌਂਕ 'ਚ ਚੰਡੀਗੜ੍ਹ ਦੇ 17 ਸੈਕਟਰ ਵਾਂਗ ਰੌਣਕ ਸੀ। ਦਹਿਸ਼ਤਗਰਦੀ ਦਾ ਤਾਂ ਕਿਧਰੇ ਨਾਮੋ ਨਿਸ਼ਾਨ ਹੀ ਨਹੀਂ ਸੀ, ਪਰ ਫਿਰ ਵੀ ਅਸੀਂ ਛੋਟਾ ਜਿਹਾ ਚੱਕਰ ਲਾ ਕੇ ਵਾਪਸ ਮੁੜ ਪਏ। ਯਾਰ ਜੇ ਯਾਸਮੀਨ ਦਹਿਸ਼ਤਗਰਦ ਹੁੰਦੀ ਤਾਂ ਜਾਣ ਲੱਗੀ ਫੋਟੋ ਕਿਉਂ ਖਿਚਵਾਉਂਦੀ? ਮੇਰਾ ਨਹੀਂ ਦਿਲ ਮੰਨਦਾ ਬਈ ਉਹ ਕੁੜੀ ਦਹਿਸ਼ਤਗਰਦ ਸੀ। ਮੇਰੇ ਨਾਲ ਤੁਰ ਰਹੇ ਸ਼ਾਇਰ ਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਕਿਹਾ। ਉਹਦੇ ਦਿਲ ਤੇ ਦਿਮਾਗ 'ਚ ਯਾਸਮੀਨ ਹੀ ਛਾਈ ਹੋਈ ਸੀ। ਧੰਨਵਾਦ।